हाँ जी विद्यार्थियों, सारिਆਂ ਨੂੰ ਸਤਿ ਸ੍ਰੀ ਅਕਾਲ। ਪਹਿਲਾਂ ਤਾਂ ਤੇ ਸਵਾਗਤ ਹੈ ਤੁਹਾਡਾ ਆਪਣੀ ਪੰਜਾਬੀ ਭਾਸ਼ਾ ਦੀ ਜਮਾਤ ਵਿੱਚ। ਆਪਣੀ ਗੱਲ ਚੱਲ ਰਹੀ ਸੀ ਵਾਚਨ ਜਾਂ ਪੜ੍ਹਨ ਕੌਸ਼ਲ ਦੀ। ਵਾਚਨ ਜਾਂ ਪੜ੍ਹਨ ਕੌਸ਼ਲ ਦੇ ਵਿੱਚ ਆਪਾਂ ਜਿਹੜਾ ਸੀਗਾ ਸਾਡਾ ਮੌਨ ਵਾਚਨ ਲਾਸਟ ਜਿਹੜਾ ਸੀਗਾ ਉਹ ਆਪਣਾ ਸੀਗਾ, ਆਪਾਂ ਮੌਨ ਵਾਚਨ ਅਤੇ ਉੱਚੀ ਵਾਚਨ ਦੇ ਵਿੱਚ ਜਿਹੜਾ ਫਰਕ ਕੀਤਾ ਸੀ ਉਹਦੇ ਬਾਰੇ ਆਪਾਂ ਵਿਚਾਰ ਜਿਹੜੀ ਕਰ ਚੁੱਕੇ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਸਾਡੇ ਵਾਚਨ ਜਾਂ ਪੜ੍ਹਨ ਕੌਸ਼ਲ ਸਿੱਖਿਆ ਦੀਆਂ ਵਿਧੀਆਂ ਦੀ। ਬਰੀਕੀ ਦੇ ਨਾਲ ਇਹਨੂੰ ਥੋੜ੍ਹਾ ਧਿਆਨ ਦੇ ਵਿੱਚ ਰੱਖਣਾ ਆਪਾਂ। ਵਿੱਚੋਂ ਪ੍ਰਸ਼ਨ ਪੱਕਾ ਹੀ ਬਣਦਾ, ਪੱਕਾ ਸ਼ਿਓਰ ਹੈ। ਆਹ ਜਿਹੜੀਆਂ ਵਿਧੀਆਂ ਨਾ ਇੰਨੀਆਂ ਦਿੱਤੀਆਂ, ਇੱਕ ਸੰਸਲੇਸ਼ਣ, ਇੱਕ ਵਿਸ਼ਲੇਸ਼ਣ। ਵਾਚਨ ਜਾਂ ਪੜ੍ਹਨ ਕੌਸ਼ਲ ਦੀਆਂ ਵਿਧੀਆਂ ਨੂੰ ਦੋ ਮੇਨ ਭਾਗਾਂ ਦੇ ਵਿੱਚ ਵੰਡ ਲਿਆ ਜਾਂਦਾ। ਵੈਸੇ ਹੀ ਗੱਲ ਦੱਸਦਾ ਇੱਕ ਨੋਰਮਲ ਵੀ ਯਾਦ ਰੱਖਣ ਦਾ ਤਰੀਕਾ। ਸੰਸਲੇਸ਼ਣ, ਵਿਸ਼ਲੇਸ਼ਣ, ਉਸ ਤੋਂ ਬਾਅਦ ਹੋਰ ਵਿਧੀਆਂ ਆ ਜਾਂਦੀਆਂ। ਹੋਰ ਵਿਧੀਆਂ ਵੀ ਬਹੁਤ ਇੰਪੋਰਟੈਂਟ ਹੈ, ਇਹਨਾਂ ਦੇ ਵਿੱਚੋਂ ਵੀ ਪ੍ਰਸ਼ਨ ਆ ਚੁੱਕਿਆ ਹੈ, ਅੱਗੇ ਵੀ ਆਉਂਦਾ ਰਹੂਗਾ। ਸਾਰੀਆਂ ਵਿਧੀਆਂ ਇੰਪੋਰਟੈਂਟ ਹੈ। ਸੰਸਲੇਸ਼ਣ ਵਿਧੀ 'ਚ 2 ਦੇ ਰੱਖੀਆਂ, ਵਿਸ਼ਲੇਸ਼ਣ ਵਿਧੀ ਦੇ ਵਿੱਚ 5 ਹੈ, ਹੋਰ ਵਿਧੀਆਂ ਦੇ ਵਿੱਚ 3 ਵਿਧੀਆਂ। ਸੰਸਲੇਸ਼ਣ ਦਾ ਤੁਹਾਨੂੰ ਪਤਾ ਹੀ ਹੈ, ਸੰਸਲੇਸ਼ਣ ਦਾ ਮਤਲਬ ਹੁੰਦਾ ਜੋੜਨਾ ਅਤੇ ਵਿਸ਼ਲੇਸ਼ਣ ਦਾ ਮਤਲਬ ਹੁੰਦਾ ਟੁਕੜੇ ਕਰਨੇ, ਖੰਡ ਖੰਡ ਕਰਨੇ। ਬਸ ਇੱਥੋਂ ਹੀ ਗੱਲ ਸ਼ੁਰੂ ਹੁੰਦੀ ਹੈ ਆਪਣੀ। ਵਾਚਨ ਜਾਂ ਪੜ੍ਹਨ ਕੌਸ਼ਲ ਸਿੱਖਿਆ ਦੀਆਂ ਵਿਧੀਆਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਸੰਸਲੇਸ਼ਣ ਵਿਧੀ। ਪਹਿਲਾ ਪ੍ਰਸ਼ਨ ਐਗਜ਼ਾਮੀਨਰ ਦਾ ਇੱਥੋਂ ਉੱਠਦਾ, ਕਿਹੜੀ ਵਿਧੀ ਸੰਸਲੇਸ਼ਣ ਵਿਧੀ ਹੈ, ਕਿਹੜੀ ਵਿਧੀ ਵਿਸ਼ਲੇਸ਼ਣ ਵਿਧੀ ਹੈ। ਮੰਨ ਲਓ ਪੁੱਛਣਾ ਹੋਵੇ ਪ੍ਰਸ਼ਨ ਕਿ ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ਲੇਸ਼ਣ ਵਿਧੀ ਹੈ, 2 ਆਹ ਚੱਕ ਕੇ ਪਾ ਦੂਗਾ, ਇੱਕ ਆਪਸ਼ਨ ਇਹਨਾਂ 'ਚੋਂ ਪਾਤਾ, ਇੱਕ ਸਹੀ ਆਪਸ਼ਨ ਇਹਦੇ 'ਚੋਂ ਪਾਤਾ। ਪ੍ਰਸ਼ਨ ਦਾ ਤਰੀਕਾ ਸਮਝ ਆ ਗਿਆ। ਸੰਸਲੇਸ਼ਣ ਅਤੇ ਵਿਸ਼ਲੇਸ਼ਣ ਦੋਵਾਂ ਦਾ ਧਿਆਨ ਰੱਖਣਾ। ਅੱਖਰ ਬੋਧ ਅਤੇ ਸਵਰ ਵਿਧੀ ਸੰਸਲੇਸ਼ਣ ਵਿਧੀ ਹੈ। ਸੌਖਾ ਜਿਹਾ ਹੀ ਕੰਮ ਹੈ, ਕਿਉਂਕਿ ਸੰਸਲੇਸ਼ਣ ਮਤਲਬ ਜਦੋਂ ਆਪਾਂ ਜੋੜਦੇ ਹਾਂ, ਜੋੜਨਾ ਕਿੱਥੋਂ ਸ਼ੁਰੂ ਕਰਦੇ ਹਾਂ ਆਪਾਂ, ਅੱਖਰਾਂ ਤੋਂ, ਅਤੇ ਬਸ ਉਸੇ ਨੂੰ ਸਵਰ ਵਿਧੀ ਜਿਹੜੀ ਆਪਾਂ ਕਹਿ ਦਿੰਦੇ ਹਾਂ। ਵੀ ਉਹ ਕਿਉਂ ਕਹਿੰਦੇ ਹਾਂ ਸਵਰ ਵਿਧੀ, ਵੀ ਆਪਣੇ ਜਿਹੜੇ ਸਵਰ ਅਤੇ ਵਿਅੰਜਨਾਂ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਪਹਿਲੀ ਗਿਣਤੀ ਦੇ ਵਿੱਚ ਕੀ ਆਉਂਦੇ ਆ, ਜਦੋਂ ਆਪਾਂ ਵਰਨਮਾਲਾ ਸਾਡੀ ਪੜ੍ਹਦੇ ਹਾਂ, ਊੜਾ ਐੜਾ ਅਤੇ ਈੜੀ, ਇਹ ਸਾਡੇ ਆਉਂਦੇ ਆ ਸਵਰ ਪਹਿਲਾਂ ਆਉਂਦੇ ਆ। ਰੁਕੋ ਇਹਨੂੰ ਜੇਬ ਦੇ ਵਿੱਚ ਹੀ ਪਾ ਲਾਂ ਮੈਂ। ਹਾਂਜੀ, ਸੰਸਲੇਸ਼ਣ ਵਿਧੀ, ਇਸ ਵਿੱਚ ਸਭ ਤੋਂ ਪਹਿਲਾਂ ਸਵਰ ਅਤੇ ਵਿਅੰਜਨ, ਫਿਰ ਸ਼ਬਦ ਅਤੇ ਵਾਕ ਸਿਖਾਏ ਜਾਂਦੇ ਹਨ। ਸੰਸਲੇਸ਼ਣ ਵਿਧੀ ਦਾ ਸੌਖਾ ਤਰੀਕਾ, ਸਭ ਤੋਂ ਪਹਿਲਾਂ ਸਵਰ ਅਤੇ ਵਿਅੰਜਨ ਸਿਖਾਤੇ। ਹੁਣ ਆਹ ਦੇਖੋ ਜੀ, ਅੱਖਰਾਂ ਦੇ ਵਿੱਚ ਕੀ ਆਉਂਦੇ ਆ, ਵਰਨਮਾਲਾ ਦੇ ਜਿਹੜੇ ਅੱਖਰ ਹੁੰਦੇ ਉਹਨਾਂ ਦੇ ਵਿੱਚ ਕੀ ਹੁੰਦਾ ਹੈ, ਸਵਰ ਅਤੇ ਵਿਅੰਜਨ ਹੀ ਹੁੰਦੇ ਆ। 3 ਸਵਰ ਅਤੇ ਬਾਕੀ ਸਾਰੇ ਆਪਾਂ ਵਿਅੰਜਨ ਜਾਂ ਵਿਅੰਜਨ ਧੁਨੀਆਂ ਕਹਿ ਦਿੰਦੇ ਆਪਾਂ ਉਹਨਾਂ ਨੂੰ, ਹੈ ਨਾ। ਬਾਕੀ ਜਿਹੜਾ ਗੱਲ ਉਹ ਬਾਅਦ ਦੀ ਹੈ ਕਿ ਇਹਦੇ ਵਿੱਚੋਂ ਅਰਧ ਸਵਰ ਜਾਂ ਅਰਧ ਵਿਅੰਜਨ ਕਿਹੜਾ, ਦੁੱਤ ਅੱਖਰ ਕਿਹੜਾ, ਉਹ ਇੱਕ ਮਤਲਬ ਆਪਾਂ ਉਹਦੀ ਗੱਲ ਕਰ ਚੁੱਕੇ ਹਾਂ। ਹੁਣ ਇੱਥੇ ਗੱਲ ਆ ਗਈ ਬਸ ਸੰਸਲੇਸ਼ਣ ਵਿਧੀ ਕਿਹੜੀ ਹੈ ਜੀ। ਇਹਦਾ ਇੱਕ ਪ੍ਰਸ਼ਨ ਪਹਿਲਾਂ ਉੱਠਦਾ ਹੈ ਵੀ ਦੇਖੋ ਜੀ ਸੰਸਲੇਸ਼ਣ ਵਿਧੀ ਕਹਿੰਦੇ ਕਿਹਨੂੰ ਆ, ਵੀ ਪਤਾ ਤਾਂ ਲੱਗੇ ਸਾਨੂੰ ਵਿਸ਼ਲੇਸ਼ਣ ਵਿਧੀ ਸੰਸਲੇਸ਼ਣ ਵਿਧੀ ਹੈ ਕੀ ਆ। ਦੇਖੋ ਪਹਿਲਾਂ ਸਵਰ ਅਤੇ ਵਿਅੰਜਨ, ਸੌਖੀ ਜੀ ਗੱਲ ਹੈ। ਸਵਰ ਅਤੇ ਵਿਅੰਜਨ ਮਤਲਬ ਅੱਖਰ। ਸਵਰ ਅਤੇ ਵਿਅੰਜਨ ਦੇ ਵਿੱਚ ਦੂਸਰਾ ਸ਼ਬਦ ਅੱਖਰ ਵੀ ਹੋ ਸਕਦਾ ਹੈ, ਕਿਉਂਕਿ ਜਦੋਂ ਆਪਾਂ ਅੱਖਰ ਨੂੰ ਡਿਸਕ੍ਰਾਈਬ ਕਰਦੇ ਹਾਂ, ਅੱਖਰ ਸ਼ਬਦ, ਅਤੇ ਉਹਦੇ ਵਿੱਚ ਸਵਰ ਅਤੇ ਵਿਅੰਜਨ ਹੀ ਆਉਂਦੇ ਆ। ਅੱਖਰ ਵਰਨਮਾਲਾ ਦੇ ਵਿੱਚ ਹੁੰਦੇ ਆ ਜਿੰਨੇ, ਅਤੇ ਉਹਦੇ ਵਿੱਚ ਕੀ ਹੁੰਦੇ ਆ, ਜਾਂ ਤਾਂ ਸਵਰ ਹੁੰਦੇ ਆ ਅਤੇ ਜਾਂ ਵਿਅੰਜਨ ਹੁੰਦੇ ਆ। ਨੋਰਮਲ ਗੱਲ ਕਰਦਾ ਇੱਕ ਮੈਂ। ਹਾਂ, ਇਸ ਵਿੱਚ ਸਭ ਤੋਂ ਪਹਿਲਾਂ ਅੱਖਰ ਅਤੇ ਫਿਰ ਸ਼ਬਦ, ਫਿਰ ਵਾਕ ਸਿਖਾਏ ਜਾਂਦੇ ਹਨ। ਅੱਖਰ, ਫਿਰ ਸ਼ਬਦ, ਫਿਰ ਵਾਕ। ਸਭ ਤੋਂ ਪਹਿਲਾਂ ਇਹਦੇ ਵਿੱਚ, ਹਾਂ ਆਹ ਠੀਕ ਹੈ ਰੰਗ। ਸੰਸਲੇਸ਼ਣ ਵਿਧੀ ਕਹਿੰਦਾ ਜੀ ਕਿਹਨੂੰ ਕਹਿੰਦੇ ਆ। ਸੰਸਲੇਸ਼ਣ ਵਿਧੀ ਤਾਂ ਜੀ ਸੌਖੀ ਜੀ ਗੱਲ ਹੈ। ਸਭ ਤੋਂ ਪਹਿਲਾਂ ਅੱਖਰ। ਹੁਣ ਐਗਜ਼ਾਮੀਨਰ ਦੀ ਮਰਜ਼ੀ ਹੈ ਵੀ ਇਹਦੇ ਵਿੱਚ ਅੱਖਰ ਦੀ ਜਗ੍ਹਾ 'ਤੇ ਉਹ ਸਵਰ ਅਤੇ ਵਿਅੰਜਨ ਵੀ ਲਿਖ ਸਕਦਾ ਹੈ, ਕੋਈ ਦਿੱਕਤ ਨਹੀਂ, ਆਪਾਂ ਉਹਨੂੰ ਰੋਕ ਨਹੀਂ ਸਕਦੇ। ਅੱਖਰ, ਉਸ ਤੋਂ ਬਾਅਦ ਜੀ, ਉਸ ਤੋਂ ਬਾਅਦ ਕੀ ਹੈ ਸਾਡੇ, ਉਸ ਤੋਂ ਬਾਅਦ ਸਾਡੇ ਬਣਦੇ ਆ ਸ਼ਬਦ। ਅੱਖਰਾਂ ਤੋਂ ਬਾਅਦ ਕੀ ਬਣਦੇ ਆ ਸਾਡੇ, ਸ਼ਬਦ। ਸ਼ਬਦਾਂ ਤੋਂ ਅੱਗੇ ਸਾਡੇ ਬਣ ਜਾਂਦੇ ਆ ਵਾਕ। ਇਹ ਹੈਗੀ ਹੈ ਸਾਡੀ ਸੰਸਲੇਸ਼ਣ ਵਿਧੀ। ਵਿਸ਼ਲੇਸ਼ਣ ਵਿਧੀ ਦਾ ਪਤਾ ਲੱਗ ਗਿਆ ਹੋਊਗਾ। ਸੰਸਲੇਸ਼ਣ ਵਿਧੀ ਦੇ ਉਲਟ ਹੋਵੇ ਜਿਹੜੀ, ਉਹ ਵਿਸ਼ਲੇਸ਼ਣ ਵਿਧੀ। ਵਾਕਾਂ ਤੋਂ ਸ਼ਬਦ, ਸ਼ਬਦਾਂ ਤੋਂ ਅੱਖਰ ਤੱਕ ਜਾਣ ਦੀ ਪ੍ਰਕਿਰਿਆ ਨੂੰ ਆਪਾਂ ਕਹਿ ਦਿੰਦੇ ਹਾਂ ਵਿਸ਼ਲੇਸ਼ਣ ਵਿਧੀ। ਸੰਸਲੇਸ਼ਣ ਅਤੇ ਵਿਸ਼ਲੇਸ਼ਣ ਦੋਨੋਂ ਇੱਕ ਦੂਸਰੇ ਦੇ ਵਿਰੋਧੀ ਸ਼ਬਦ ਹਨ। ਮਤਲਬ ਕੀ ਹੈ, ਸੰਸਲੇਸ਼ਣ ਵਿਧੀ ਦਾ ਉਲਟਾ ਹੋਊਗੀ ਵਿਸ਼ਲੇਸ਼ਣ ਵਿਧੀ, ਅਤੇ ਵਿਸ਼ਲੇਸ਼ਣ ਵਿਧੀ ਦਾ ਉਲਟਾ ਹੋਊਗੀ ਸੰਸਲੇਸ਼ਣ ਵਿਧੀ। ਕਾਮਨ ਗੱਲਾਂ ਦਿਮਾਗ ਦੇ ਵਿੱਚ ਰੱਖਿਓ। ਪ੍ਰਸ਼ਨ ਤੁਹਾਨੂੰ ਦੱਸਦਾ ਵੀ ਪਹਿਲਾਂ ਕਿੱਥੇ ਬਣਾਉਣਾ ਐਗਜ਼ਾਮੀਨਰ ਨੇ। ਸੰਸਲੇਸ਼ਣ ਵਿਧੀ ਦੀ ਪਰਿਭਾਸ਼ਾ ਅਸੀਂ ਪਤਾ ਕੀ ਕਰਦੇ ਹਾਂ, ਅਸੀਂ ਸਾਰੀਆਂ ਵਿਧੀਆਂ ਟਿਕਾ ਕੇ ਪੜ੍ਹੀਆਂ ਹੁੰਦੀਆਂ ਸੰਸਲੇਸ਼ਣ ਵਿਧੀ ਦੇ ਵਿੱਚ, ਵਿਸ਼ਲੇਸ਼ਣ ਵਿਧੀ ਦੇ ਵਿੱਚ। ਪਰ
ਜਦੋਂ ਉੱਥੇ ਪ੍ਰਸ਼ਨ ਪੈਂਦਾ ਨਾ, ਹਾਂਜੀ ਇਹਦੇ ਵਿੱਚ ਸੰਸਲੇਸ਼ਨ ਵਿਧੀ ਕੀ ਹੈ, ਬਸ ਉਦੋਂ ਹੀ ਭੁਲੇਖਾ ਖਾ ਜਾਂਦੇ ਆ ਬਹੁਤ ਸਾਰੇ ਵਿਦਿਆਰਥੀ। ਐਗਜ਼ਾਮੀਨਰ ਨੇ ਇਹ 3 ਆਪਸ਼ਨਾਂ ਦੇ ਵਿੱਚੋਂ ਜਿਵੇਂ ਮਰਜ਼ੀ ਅੱਗੇ ਪਿੱਛੇ ਕਰਕੇ ਰੱਖੀ ਜਾਵੇ, ਉਹ ਸ਼ਬਦ ਪਹਿਲਾਂ ਲਿਖ ਦੇਵੇ, ਵਾਕ ਬਾਅਦ 'ਚ ਲਿਖ ਦੇ, ਅੱਖਰ ਲਿਖ ਦੇਵੇ, ਉਸ ਤੋਂ ਬਾਅਦ ਜਿਵੇਂ ਸ਼ਬਦ ਤੇ ਅੱਖਰ ਲਿਖਤੇ ਫਿਰ ਵਾਕ ਲਿਖ ਦੇਵੇ। ਐਵੇਂ ਆਪਸ਼ਨ ਇਹਨਾਂ ਨੂੰ ਤਿੰਨਾਂ ਨੂੰ ਪਲਟਾ ਕੇ ਇਹ ਤਿੰਨਾਂ ਦੀ ਜਗ੍ਹਾ ਬਦਲ ਕੇ ਜਿਵੇਂ ਮਰਜ਼ੀ ਪ੍ਰਸ਼ਨ ਪੁੱਛ ਸਕਦਾ, ਕੋਈ ਦਿੱਕਤ ਨਹੀਂ ਹੈ ਨਾ। ਇਸ ਕਰਕੇ ਧਿਆਨ ਵਿੱਚ ਰੱਖਣਾ, ਬਹੁਤ ਸਾਰੇ ਵਿਦਿਆਰਥੀ ਜਾਣਕਾਰੀ ਹੁੰਦਿਆਂ ਹੋਇਆਂ ਵੀ ਬਾਵਜੂਦ ਵੀ ਆਹ ਪ੍ਰਸ਼ਨ ਗਲਤ ਕਰ ਆਏ ਸੀ। ਬਹੁਤ ਵਿਦਿਆਰਥੀ ਐਵੇਂ ਦੇ ਸੀ। ਰੀਟ ਵਾਲਾ ਪ੍ਰਸ਼ਨ ਪੱਤਰ ਚੱਕੋ, ਉਹਦੇ ਵਿੱਚ ਇਸ ਤਰ੍ਹਾਂ ਦਾ ਇੱਕ ਪ੍ਰਸ਼ਨ ਆਇਆ ਹੋਇਆ, ਦੇਖ ਲਓ। ਹਾਂ, ਉਸ ਤੋਂ ਬਾਅਦ ਦੇਖੋ ਜੀ ਅੱਖਰ ਬੋਧ ਵਿਧੀ। ਹੁਣ ਦੇਖ ਲਓ ਜੀ ਅੱਖਰ ਬੋਧ ਵਿਧੀ ਦੇ ਨਾਮ ਦੂਸਰੇ ਕੀ ਆ। ਇਹਦੇ ਅੱਖਰ ਬੋਧ ਵਿਧੀ ਨੂੰ ਵਰਣਮਾਲਾ ਵਿਧੀ ਵੀ ਕਿਹਾ ਜਾਂਦਾ ਹੈ, ਸ਼ਬਦ ਜੋੜ ਵਿਧੀ ਵੀ ਕਿਹਾ ਜਾਂਦਾ ਹੈ। ਸ਼ਬਦ ਜੋੜ ਵਿਧੀ ਜਿਹੜਾ ਹੈਗਾ ਨਾ, ਇਹਦਾ ਨਾਮ ਇਹ ਥੋੜ੍ਹਾ ਜਿਹਾ ਡਿਫਰੈਂਟ ਕਾਇੰਡ ਦਾ, ਅਲੱਗ ਜਿਹਾ ਥੋੜ੍ਹਾ ਜਿਹਾ ਯਾਦ ਦੇ ਵਿੱਚ ਰੱਖਣਾ, ਇਹਨੂੰ ਯਾਦ ਦੇ ਵਿੱਚ ਰੱਖਣਾ ਅਲੱਗ ਜਿਹੀ ਚੀਜ਼ ਆ ਵੀ ਕਿੱਥੇ ਅੱਖਰ ਅਤੇ ਕਿੱਥੇ ਸ਼ਬਦ, ਹੈ ਨਾ। ਪਰ ਅੱਖਰ ਦਾ ਮਤਲਬ ਕੀ ਹੈ ਵੀ ਅੱਖਰ ਜਦੋਂ ਸ਼ਬਦ ਜੋੜ ਦਾ ਮਤਲਬ ਜਦੋਂ ਆਪਾਂ ਇਹਨਾਂ ਦੋਨਾਂ ਦੇ ਸਮਝਣਾ ਨਾ, ਸ਼ਬਦ ਜੋੜ ਦਾ ਕੀ ਮਤਲਬ ਹੈ ਵੀ ਅੱਖਰਾਂ ਨੂੰ ਤੇ ਜੋੜਨਾ ਹੈ, ਤਾਂ ਕਰਕੇ ਇਸ ਵਿਧੀ ਦਾ ਨਾਮ ਸ਼ਬਦ ਜੋੜ ਵੀ ਕਿਹਾ ਜਾਂਦਾ ਹੈ। ਇਹਦੇ ਵਿੱਚ ਵਰਣਮਾਲਾ ਸਿਖਾਈ ਜਾਂਦੀ ਹੈ, ਇਸ ਕਰਕੇ ਇਸ ਵਿਧੀ ਨੂੰ ਵਰਣਮਾਲਾ ਵਿਧੀ ਵੀ ਕਿਹਾ ਜਾਂਦਾ ਹੈ। ਅੱਖਰ ਬੋਧ ਵਿਧੀ ਦੇ 2 ਨਾਮ ਹੋਰ ਹੈ, ਧਿਆਨ ਰੱਖਿਓ, ਅੱਖਰ ਬੋਧ ਵਿਧੀ, ਵਰਣਮਾਲਾ ਵਿਧੀ, ਸ਼ਬਦ ਜੋੜ ਵਿਧੀ। ਹੁਣ ਇਹਦੇ ਹੋ ਗਏ 3 ਨਾਮ। ਸੰਸਲੇਸ਼ਨ ਵਿਧੀ ਦੀਆਂ ਆਪਾਂ 2 ਵਿਧੀਆਂ ਪੜ੍ਹਨੀਆਂ, ਉਹਦੇ ਵਿੱਚੋਂ ਪਹਿਲੀ ਵਿਧੀ ਦਾ ਮੈਂ ਗੱਲ ਕਰੀ ਜਾਂਦਾ। ਅੱਖਰ ਬੋਧ ਵਿਧੀ ਦਾ ਇੱਕ ਨਾਮ ਵਰਣਮਾਲਾ ਵਿਧੀ, ਦੂਸਰਾ ਸ਼ਬਦ ਜੋੜ ਵਿਧੀ। ਹੁਣ ਆ ਗਿਆ ਜੀ ਵਾਚਨ ਪ੍ਰਕਿਰਿਆ ਦੀ ਇਹ ਸਭ ਤੋਂ ਪੁਰਾਣੀ ਵਿਧੀ ਹੈ। ਦੂਸਰੀ ਗੱਲ ਬਹੁਤ ਇੰਪੋਰਟੈਂਟ ਹੈ, ਵਾਚਨ ਪ੍ਰਕਿਰਿਆ ਦੀ ਸਭ ਤੋਂ ਪੁਰਾਣੀ ਵਿਧੀ ਕਿਹੜੀ ਹੈ ਬੇਟਾ? ਅੱਖਰ ਬੋਧ, ਵਰਣਮਾਲਾ ਜਾਂ ਸ਼ਬਦ ਜੋੜ। ਤਿੰਨਾਂ ਦੇ ਵਿੱਚੋਂ ਐਗਜ਼ਾਮੀਨਰ ਨੇ ਅਗਰ ਪ੍ਰਸ਼ਨ ਪੁੱਛਣਾ ਹੋਵੇ, ਐਗਜ਼ਾਮੀਨਰ ਦੀ ਮਰਜ਼ੀ ਆ ਵੀ 4 ਆਪਸ਼ਨ ਪਾਊਗਾ ਉਹਦੇ ਵਿੱਚੋਂ, ਅਤੇ ਜਿਹੜਾ ਸਹੀ ਆਪਸ਼ਨ ਆ ਉਹਦੇ ਵਿੱਚ ਅੱਖਰ ਬੋਧ ਵਿਧੀ ਵੀ ਲਿਖ ਸਕਦਾ, ਵਰਣਮਾਲਾ ਵਿਧੀ ਵੀ ਲਿਖ ਸਕਦਾ, ਸ਼ਬਦ ਜੋੜ ਵਿਧੀ ਵੀ। ਮਰਜ਼ੀ ਹੈ ਐਗਜ਼ਾਮੀਨਰ ਦੀ, ਤਿੰਨੇ ਨਾਮ ਚੇਤੇ ਰੱਖਣੇ ਆ, ਜਿਵੇਂ ਮਰਜ਼ੀ ਚੇਤੇ ਕਰ ਲਿਓ। ਸਕੂਲਾਂ 'ਚ ਅੱਜ ਵੀ ਠੀਕ ਹੈ ਵਰਤੋਂ ਹੁੰਦੀ ਹੈ। ਸਭ ਤੋਂ ਪਹਿਲਾਂ ਅੱਖਰਾਂ ਦੀ ਪਛਾਣ ਅਤੇ ਉਸ ਦਾ ਉਚਾਰਨ ਪੜ੍ਹਾਇਆ ਜਾਂਦਾ ਹੈ। ਅੱਖਰ ਬੋਧ ਵਿਧੀ ਦੇ ਵਿੱਚ ਦੇਖੋ, ਅੱਜ ਕੱਲ੍ਹ ਐਗਜ਼ਾਮੀਨਰ ਪ੍ਰਸ਼ਨ ਪੁੱਛਣ ਦਾ ਤਰੀਕਾ ਇਹਦੇ ਵਿੱਚ ਵੀ ਸਭ ਤੋਂ ਪਹਿਲਾਂ ਅੱਖਰਾਂ ਦੀ ਪਛਾਣ ਫਿਰ ਉਚਾਰਨ ਕਿਹੜੀ ਵਿਧੀ ਦੇ ਵਿੱਚ ਪੜ੍ਹਾਇਆ ਜਾਂਦਾ ਹੈ ਜੀ। ਲਓ ਜੀ ਆਹ ਪ੍ਰਸ਼ਨ ਬਣ ਗਿਆ ਇੱਕ, ਹੈ ਨਾ। ਇਹ ਯਾਦ ਰੱਖਿਓ ਤੁਸੀਂ, ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ। ਪ੍ਰਸ਼ਨ ਜਗ੍ਹਾ ਜਗ੍ਹਾ 'ਤੇ ਪ੍ਰਸ਼ਨ ਪਏ ਆ ਇੱਥੇ, ਬਸ ਆਹੀ ਪ੍ਰਸ਼ਨ ਆਉਂਦੇ ਆ। ਵਿਦਿਆਰਥੀ ਕਹਿੰਦੇ ਆ ਗੁਰੂ ਜੀ ਸਾਨੂੰ ਪ੍ਰੈਕਟਿਸ ਕਰਵਾਓ, ਤਾਂ ਮੈਂ ਕਹਿ ਜਾਂਦਾ ਵੀ ਪਹਿਲਾਂ ਭਲਿਓ ਲੋਕੋ ਥਿਓਰੀ ਤਾਂ ਯਾਦ ਕਰ ਲਓ। ਉੱਥੇ ਜਦੋਂ ਮੈਂ ਪ੍ਰਸ਼ਨ ਪਾਊਂਗਾ ਅਤੇ ਮੁੜ ਕੇ ਆਵੇ ਨਾ, ਫਿਰ ਉਸ ਚੀਜ਼ ਦਾ ਫਾਇਦਾ ਕੀ। ਪ੍ਰੈਕਟਿਸ ਹੁੰਦੀ ਹੈ ਬਹੁਤ ਬਾਅਦ ਦੀ ਗੱਲ। ਸਭ ਤੋਂ ਪਹਿਲਾਂ ਥਿਓਰੀ, ਕੰਸੈਪਟ ਕਲੀਅਰ ਨਹੀਂ ਜਿੰਨਾ ਚਿਰ ਆਪਣੇ, ਉਹਨਾਂ ਚਿਰ ਕੁਛ ਨਹੀਂ ਪੱਲੇ। ਹਾਂ, ਆਹ ਥਿਓਰੀ ਕਲੀਅਰ ਹੋ ਜਾਣ ਦਿਓ, ਫਿਰ ਤੁਹਾਡੇ ਮਤਲਬ ਕੀ ਆ ਵੀ ਇਸ ਤਰ੍ਹਾਂ ਦੇ ਪ੍ਰਸ਼ਨ ਬਣਾਊਂਗਾ ਐਡੇ ਸ਼ਾਨਦਾਰ ਮੈਂ, ਉਹ ਸਾਰੇ ਦੇ ਸਾਰੇ ਹੋ ਸਕਦਾ ਰੱਬ ਸੁੱਖ ਰੱਖੇ ਸਾਰੇ ਪ੍ਰਸ਼ਨ ਉਵੇਂ ਦੇ ਉਵੇਂ ਰਿਪੀਟ ਹੋ ਜਾਣ। ਇਹ ਗੱਲ ਦੀ ਚਿੰਤਾ, ਇਹ ਤੁਹਾਡੀ ਚਿੰਤਾ ਨਹੀਂ, ਇਹ ਮੇਰੀ ਚਿੰਤਾ ਹੈ। ਸਭ ਤੋਂ ਪਹਿਲਾਂ ਅੱਖਰਾਂ ਦੀ ਪਛਾਣ, ਫਿਰ ਉਚਾਰਨ। ਧਿਆਨ ਰੱਖਿਓ, ਪਹਿਲਾਂ ਅੱਖਰਾਂ ਦੀ ਪਛਾਣ, ਫਿਰ ਉਚਾਰਨ, ਅੱਖਰਾਂ ਦੀ ਪਛਾਣ ਫਿਰ ਉਚਾਰਨ। ਧਿਆਨ ਰੱਖਿਓ, ਆਪਾਂ ਕੀ ਸਿਖਾ ਰਹੇ ਹਾਂ ਬੱਚੇ ਨੂੰ? ਵਾਚਨ ਕਰਨਾ, ਪੜ੍ਹਨਾ ਸਿਖਾ ਰਹੇ ਹਾਂ। ਦੂਸਰੀ ਦੇਖੋ, ਪਹਿਲਾਂ ਸਵਰ ਵਿਅੰਜਨ, ਫਿਰ ਮਾਤਰਾਵਾਂ ਅਤੇ ਸਾਰਥਕ ਸ਼ਬਦ ਪੜ੍ਹਾਏ ਜਾਂਦੇ ਹਨ। ਅੱਛਾ, ਅੱਖਰਾਂ ਦੀ ਪਛਾਣ ਜਦੋਂ ਕਰੀ ਜਾਂਦਾ ਵਿਦਿਆਰਥੀ, ਤਾਂ ਅੱਖਰਾਂ ਦੇ ਵਿੱਚ ਹੀ ਤਾਂ ਹੈਗੇ ਆ ਵੀ ਅੱਖਰਾਂ ਦੀ ਸ਼੍ਰੇਣੀ 'ਚ ਹੀ ਆਉਂਦੇ ਆ ਸਵਰ ਅਤੇ ਵਿਅੰਜਨ। ਅੱਗੇ ਦੇਖੋ ਉਚਾਰਨ ਉਸਦਾ, ਹਾਂ, ਅਤੇ ਮਾਤਰਾਵਾਂ ਫਿਰ ਸਾਰਥਕ ਸ਼ਬਦ। ਹੁਣ ਦੇਖ ਲਓ ਕਿਵੇਂ ਆ, ਅੱਖਰਾਂ ਤੋਂ ਬਾਅਦ ਮਾਤਰਾਵਾਂ, ਫਿਰ ਅੱਗੇ ਸਾਰਥਕ ਸ਼ਬਦ ਬਣਦੇ ਆ ਜਿਹੜੇ ਅੱਖਰਾਂ ਦੇ ਨਾਲ ਮਾਤਰਾ ਲਾ ਕੇ ਅੱਖਰਾਂ ਦੇ ਸਮੂਹ ਦੇ ਨਾਲ ਜਿਹੜਾ ਸ਼ਬਦ ਬਣੇ ਪਰ ਸਾਰਥਕ ਹੋਵੇ, ਉਹ ਪੜ੍ਹਾਇਆ ਜਾਂਦਾ। ਲਓ ਜੀ ਆਹ ਸੀਗੀ ਸਾਡੀ ਅੱਖਰ ਬੋਧ ਵਿਧੀ। ਅੱਖਰਾਂ ਦੀ ਪਛਾਣ ਅਤੇ ਉਚਾਰਨ ਪੜ੍ਹਾਤਾ, ਠੀਕ ਹੈ। ਅੱਖਰਾਂ ਦੀ ਪਛਾਣ ਅਤੇ ਉਚਾਰਨ ਬੱਚੇ ਨੂੰ ਆਪਾਂ ਪੜ੍ਹਾਈ ਜਾਂਦੇ ਹਾਂ। ਦੇਖੋ ਕਿਵੇਂ ਕਰੂਗਾ ਬੱਚਾ, ਅੱਖਰਾਂ ਦੀ ਪਛਾਣ ਕਿਵੇਂ ਕਰੂਗਾ ਅਤੇ ਉਚਾਰਨ ਕਿਵੇਂ ਹੋਊਗਾ। ਦੇਖੋ ਅੱਖਰਾਂ ਦੀ ਪਛਾਣ ਦੇ ਵਿੱਚ ਕੀ ਕਰੂਗਾ, ਉਹ ਸਵਰਾਂ ਅਤੇ ਵਿਅੰਜਨਾਂ ਨੂੰ ਪਛਾਣੂਗਾ। ਇਸੇ ਦੀ ਅੱਗੇ ਗੱਲ ਲਿਖੀ ਹੋਈ ਹੈ, ਅੱਖਰਾਂ ਦੀ ਪਛਾਣ ਵਿੱਚ ਆਊਗਾ ਸਵਰ ਅਤੇ ਵਿਅੰਜਨ, ਨਾਲ ਨਾਲ ਮਾਤਰਾਵਾਂ ਸਿੱਖੂਗਾ ਅਤੇ ਉਚਾਰਨ ਕਰੂਗਾ ਜੀ। ਉਸ ਤੋਂ ਬਾਅਦ ਉਚਾਰਨ ਦੇ ਵਿੱਚ ਕੀ ਆ ਜਾਊਗਾ, ਉਸਦੇ ਸਾਰਥਕ ਸ਼ਬਦ ਪੜ੍ਹਾਏ ਜਾਂਦੇ ਹਨ। ਸ਼ਬਦ ਕਿਉਂ ਪੜ੍ਹਾਏ ਜਾਂਦੇ? ਕਿਉਂਕਿ ਮੈਂ ਤੁਹਾਨੂੰ ਦੱਸਦਾ ਹੁੰਦਾ ਹੈ ਨਾ ਵੀ ਸਾਡੇ ਜਿਹੜੇ ਪੜ੍ਹਨ ਦੀ ਇਕਾਈ ਆ ਉਹ ਸ਼ਬਦ ਹੈ। ਵਿਦਿਆਰਥੀ ਅੱਖਰ ਨੂੰ ਨਹੀਂ ਪੜ੍ਹਦਾ ਹੁੰਦਾ, ਸ਼ਬਦ ਨੂੰ ਪੜ੍ਹਦਾ ਹੁੰਦਾ। ਅੱਗੇ ਦੇਖੋ ਹੋਰ ਗੱਲ, ਵਿਧੀ ਦੇ ਗੁਣ ਕੀ ਹੈ? ਕਿਉਂਕਿ ਵਾਚਨ ਦਾ ਪਹਿਲਾ ਪੜਾਅ ਕੀ ਹੈ? ਸਭ ਤੋਂ ਪਹਿਲੀ ਪ੍ਰਕਿਰਿਆ ਕੀ ਹੈ? ਅੱਖਰ ਦਾ ਬੋਧ ਕਰਾਉਣਾ, ਅੱਖਰ ਦਾ ਗਿਆਨ ਕਰਾਉਣਾ। ਇਸ ਕਰਕੇ ਇਹ ਵਿਧੀ ਦਾ ਮਹੱਤਵ ਹੈਗਾ।
इस विधि में बच्चों को सिक्ख्या का शुद्ध उचारण ते अभ्यास प्राप्त होंदा। देखो इसका महत्वपूर्ण महत्व की है, बहुत जिहड़ी गल इंपोर्टेंट इस विधि दे विच की है भी अपना वाचन का पहला पड़ाव की है भी विद्यार्थी को अखर बोध कराउणा है जी आपां, क्योंकि विद्यार्थी को जांदियां सार शब्दों का तो उचारण आप सिखा नहीं सकांगे, उन्होंने सब तो पहला अखरां का बोध देवांगे। ये विधि है जिहड़ी अखर बोध विधि वास्ते अखरां का बोध कराउण वास्ते बड़ी इंपोर्टेंट है, बहुत वधिया है। इसदा एक गुण है वैसा विधि का गुण, दोष तो तुसी पुछो ही ना। देखो शब्दों में बच्चा वाकां ते शब्दों च बोलना सीखता है। बोलण की इकाई मैं हो सकता शब्द कहता है, बोलण की इकाई वाक होंदे है, शब्दों के समूह तो बनते हैं जिहड़े, हो सकता मैं किते बाई मिसटेक कहता होवे, तुसीं ध्यान रखना माड़ा जिहा, साडा बोलण की इकाई है जिहड़ी ओह वाक होंदे, रखियो ध्यान। बच्चा वाकां ते शब्दों में बोलना सीखता है, क्योंकि बच्चे का एक शब्द भी एक वाक वर्गा होंदा है। उदाहरण वास्ते मान लो बच्चा भी थोड़ा जिहा इन्ना ही मान लो कोई कह दे, मान लो भी मान लो छोटा बच्चा है बिल्कुल, मतलब आप कह दें भी वो मतलब थोड़ा बहुता बोलता कोई एक अद्धा अखर, माँ जां डैडी का नाम। पहली गल की है भी जब ज़्यादातर बच्चा माँ मम्मी मम्मा जिवें दा भी मतलब अपने घरां दे विच ट्रेंड चलिया हुंदा उवें दा वो बच्चा बोलता है, तो उहदे नाल ही ओहदी बच्चे की माँ नूं सेंस हो जाता भी बच्चा मैनू बुला रहा। हुण वो बोलिया शब्द वाक वर्गा हो गया, एक पूरे वाक वर्गा हो गया। हाँ हुण देखो जी बच्चों को सिक्ख्या का शुद्ध उचारण ते अभ्यास हो गई, गल क्लीयर अपनी, वाकां ते शब्दों में बोलना सीखता ना कि अखरां दे विच। इस विधि का सब तो बड़ा दोष ये है भी ये सब तो पहला बच्चे को अखर पढ़ाए जाते हैं। भाषा की इकाई अखर नहीं है सगों वाक हैं, पर इस विधि में पहला अखर सिखाए जाते हैं, ये विधि का दोष है। होर देखो जी ये विधि हैगी है जी अणमनोविग्यानिक, जिन्होंने हिंदी दे विच आपां कह दिंदे आ अमनोविग्यानिक, क्योंकि बच्चा पहला शब्द समूह को पछाणदा है। तुसीं कदे भी देख लो पढ़न का तरीका की हुंदा है, पढ़न का तरीका यह है भी बच्चा पूरे शब्द समूह को देख रहा हुंदा है, उस तो बाद फिर उसके अंगां नूं पछाणदा है। मान लो भी बच्चे ने आपां बच्चे नूं पढ़ाउणा सिखा रहे हैं, बच्चा की करूँगा, मान लो पहला शब्द नूं पढ़ाउणा पहला, तो पहला तो सब तो पहला वो इस पूरे के पूरे शब्द ते निगाह जाऊगी, उस तो बाद पै ते फिर है ते फिर लै ते, ये थोड़ा ध्यान रखियो। हुण मेल्सिन भाषा विग्यानिक की कहता इस विधि द्वारा वर्णमाला सिखाने में बहुत समय लगता, कहता मेल्सिन कहता भी ठीक है अखर बोध विधि का दूसरा नाम वर्णमाला विधि है, पर इस विधि दे विच वर्णमाला सिखाने दे विच बहुत समय लगता है। एक गल मेल्सिन ने कही है, किस विधि वास्ते कही है, अखर बोध विधि वास्ते। ध्यान रखनी है इस गल, प्रश्न बहुत वधिया बनता है भी मेल्सिन के अनुसार किहड़ी विधि विच वर्णमाला सिखाने में बहुत समय लगता है। लो जी किहड़ी विधि दे विच, ते जवाब तुहाडा एग्जामिनर की मर्जी ते होगा, अखर बोध विधि भी हो सकता ऑप्शन, वर्णमाला विधि भी, शब्द जोड़ विधि भी। हुण आ गई जी साडी स्वर विधि, हो गई गल पहली साडी अखर बोध विधि की, उहदे विच आपां गुण ते दोष देख लिया उहदे। हुण आपां गल करदे हां साडी आपां किहड़ी विधि पढ़ रहे हैं, देखो आपां संश्लेषण विधि पढ़ रहे हैं। दूसरी आ गई जी साडी स्वर विधि, इसनूं उचारण विधि या धुनी साम्य विधि भी कहा जाता है। ध्यान रखियो संश्लेषण विधि दे विच दो विधियां, दोनों के तीन नाम प्रचलित आ, तिन्ने दे तिन्ने नाम चेते रखियो। स्वर विधि का दूसरा नाम उचारण विधि या धुनी साम्य विधि भी कहा जाता है। ये विधि अखर बोध विधि की सहायक है। दूजा प्रश्न फिर बन गया भी अखर बोध विधि की सहायक विधि किहड़ी है, वही होगी जिहड़ी संश्लेषण विधि है। बिल्कुल इक्को जिहे उचारण या धुनी वाले शब्दों को इकट्ठा कर लिया जाता है, इक्को जिहा उचारण होवे, इक्को जिहा धुनी उचारण होवे, उन्हां दा लगभग इक्को जिहा होवे, वो सिखाए जाते। जिवें गरम नरम धर्म ये इक्को जिहा, इन्हां दा उचारण प्रकार बस की है विच अखरां दी विच डिफरेंस है, बस गै दी थां ते नै, इत्थे तै। गरम नरम धर्म उवें ही अगे शक्ति भगती, ये है शब्द जिहड़े जिवें एक जिन्हां एक समान, जिन्हां दा उचारण लहजा उचारण ढंग एक समान है लगभग, उन्हां नूं सिखाया जाता है। इस करके इसनूं कहा जाता है स्वर विधि, मतलब जिन्हां दा स्वर एक समान होवे बोलण दे विच, जिन्हां दा उचारण एक समान होवे, जिन्हां दी धुनी साम्य मतलब समान, जिन्हां दी धुनी एक समान होवे, उन्हां अखरां नूं उन्हां शब्दां नूं पहलां सिखाया जाता है। हुण देखो जी एक हैगा पंजाबी वर्णमाला की, मैं तुहानूं एक गल कर दसी सी वर्णमाला वाली जमात दे विच, इत्थे काम आऊगी। वो पंजाबी वर्णमाला के अखरां का क्रम है जिहड़ा वो उचारण स्थान के अनुसार है।
ਪੰਜਾਬੀ ਵਰਨਮਾਲਾ ਦੇ ਵਿੱਚ ਉਚਾਰਨ ਸਥਾਨ ਦੇ ਹਿਸਾਬ ਨਾਲ ਕੱਕਾ ਖੱਖਾ ਗੱਗਾ ਘੱਗਾ ngੰਗਾ ਜਿਹੜੀ ਕੰਠੀ ਧੁਨੀ ਆ ਉਹ ਇੱਕ ਸ਼੍ਰੇਣੀ 'ਚ ਹੈ। ਚੱਚਾ ਛੱਛਾ ਜੱਜਾ ਝੱਜਾ ਝੰਝਾ ਤਾਲਵੀ ਧੁਨੀਆਂ ਇੱਕ ਸ਼੍ਰੇਣੀ ਦੇ ਵਿੱਚ। ਟੈਂਕਾ ਠੱਠਾ ਡੱਡਾ ਢੱਡਾ ਨਾਣਾ ਇਹ ਸਾਡੀਆਂ ਮੂਰ ਧਨੀ ਜਾਂ ਉਲਟ ਜੀਬੀ ਧੁਨੀਆਂ ਇਹ ਇੱਕ ਸ਼੍ਰੇਣੀ ਦੇ ਵਿੱਚ ਇੱਕ ਸਥਾਨ ਦੇ ਵਿੱਚ। ਮਤਲਬ ਇਹਨਾਂ ਦਾ ਜਿਹੜਾ ਅੱਖਰਾਂ ਦਾ ਕ੍ਰਮ ਹੈ ਉਹ ਉਚਾਰਨ ਸਥਾਨ ਦੇ ਅਨੁਸਾਰ ਹੈ। ਉਚਾਰਨ ਸਥਾਨ ਮਤਲਬ ਇੱਕ ਜੈਸਾ, ਉਚਾਰਨ ਇੱਕ ਜੈਸਾ ਤੇ ਉਹਨਾਂ ਦਾ ਸਥਾਨ ਕ੍ਰਮ ਦੇ ਵਿੱਚ ਨਿਰਧਾਰਿਤ ਕੀਤਾ ਗਿਆ। ਇਸ ਕਰਕੇ ਇਹ ਵਿਧੀ ਹੈ ਲਾਭਦਾਇਕ ਹੈ। ਇੱਕ ਗੱਲ ਇਹਦਾ ਲਾਭ ਹੈਗਾ, ਠੀਕ ਹੈ ਗੱਲ। ਵਿਧੀ ਦੇ ਗੁਣ ਕਿਹੜੇ ਕਿਹੜੇ ਹੈ ਜੀ? ਵਰਨਮਾਲਾ ਦੀ ਧੁਨੀਆਤਮਕ ਵਿਸ਼ੇਸ਼ਤਾ ਦਾ ਲਾਭ ਮਿਲਦਾ। ਪ੍ਰਸ਼ਨ ਬਹੁਤ ਸ਼ਾਨਦਾਰ ਬਣਦੇ ਆ ਇੱਥੇ। ਅਗਲੀ ਗੱਲ, ਬੱਚੇ ਨੂੰ ਅੱਖਰ ਦੇ ਮੁਕਾਬਲੇ ਇੱਕੋ ਧੁਨੀ ਵਾਲੇ ਸ਼ਬਦ ਬੋਲਣ ਵਿੱਚ ਆਨੰਦ ਆਉਂਦਾ, ਪੜ੍ਹਨਾ ਸਿੱਖਣ ਲਈ ਘੱਟ ਸਮਾਂ ਲੱਗਦਾ। ਠੀਕ ਹੈ ਗੱਲ ਸਹੀ ਹੈ ਇਹਦੇ ਵਿੱਚ ਵੀ ਇੱਕੋ ਜਿਹੀ ਧੁਨੀ ਵਾਲੇ ਸ਼ਬਦ ਬਣਾਉਂਦੇ ਆਪਾਂ ਅਤੇ ਉਦੋਂ ਬੱਚੇ ਨੂੰ ਆਨੰਦ ਆਉਂਦਾ। ਠੀਕ ਹੈ ਗੱਲ ਕਲੀਅਰ ਹੈ, ਸਹੀ ਹੈ। ਵਿਧੀ ਦੇ ਦੋਸ਼ ਕੀ ਹੈ ਵੀ ਇੱਕੋ ਜਿਹੀ ਧੁਨੀਆਂ ਵਾਲੀਆਂ ਕਿੰਨੀਆਂ ਕੁ ਸ਼ਬਦਾਵਲੀਆਂ ਬੱਚੇ ਨੂੰ ਕਰਾ ਦਾਂਗੇ ਵੀ। ਹੁਣ ਆ ਕਿੰਨੇ ਕੁ ਮੈਨੂੰ ਅੱਗੇ ਨਹੀਂ ਸਮਝ ਆਈ ਜਾਂਦੀ ਵੀ ਸ਼ਕਤੀ ਭਗਤੀ, ਉਸ ਤੋਂ ਬਾਅਦ ਮੈਂ ਹੀ ਸੋਚੀ ਜਾਣਾ ਵੀ ਕੀ ਬਣਾਵਾਂ ਇਹਨੂੰ, ਵੀ ਅੱਗੇ ਸੋਚਦੇ ਹੀ ਹਾਂ ਆਪਾਂ, ਸੋਚਣ ਲੱਗ ਜਾਂਦੇ ਹਾਂ। ਇਸ ਕਰਕੇ ਆਪਾਂ ਕਿੰਨੀ ਕੁ ਸ਼ਬਦਾਵਲੀ ਬੱਚੇ ਨੂੰ ਸਿਖਾਵਾਂਗੇ ਇਸ ਤਰ੍ਹਾਂ ਕਰਕੇ। ਇਸ ਕਰਕੇ ਕੀ ਹੈ ਵੀ ਇਹ ਹੈ ਜਿਹੜੀ ਇਹ ਇਸ ਵਿਧੀ ਦਾ ਦੋਸ਼ ਹੈ। ਬੱਚੇ ਕਈ ਵਾਰੀ ਨਿਰਾਰਥਕ ਸ਼ਬਦ ਹੀ ਪੜ੍ਹ ਜਾਂਦੇ ਆ, ਹੈ ਨਾ। ਹੁਣ ਬੱਚਾ ਐਵੇਂ ਕੁਛ ਵੀ ਬਣਾਈ ਜਾਵੇ, ਐਵੇਂ ਜਗਤੀ ਤਖਤੀ ਅਤੇ ਐਂ ਨਹੀਂ ਨਾ ਬਣਦੇ, ਹੈ ਨਾ। ਐਵੇਂ ਅੱਖਰ ਕੁਛ ਵੀ ਬਣਾਈ ਜਾਵੇ ਐਵੇਂ ਨਹੀਂ ਬਣਦੇ ਗੇ। ਇਹ ਨਿਰਾਰਥਕ ਸ਼ਬਦ ਹੈ ਇਹ। ਇਸ ਵਿੱਚ ਧੁਨੀਆਂ ਉੱਪਰ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਕਿਉਂਕਿ ਇੱਕੋ ਜਿਹੀਆਂ ਧੁਨੀਆਂ ਵਾਲੇ ਆਪਾਂ ਚੱਕਣੇ ਆ। ਇਸ ਕਰਕੇ ਧੁਨੀਆਂ 'ਤੇ ਜ਼ਿਆਦਾ ਜ਼ੋਰ ਹੋ ਗਿਆ, ਸ਼ਬਦਾਂ ਵਾਕਾਂ ਅਤੇ ਅਰਥਾਂ ਦੇ ਉੱਪਰ ਧਿਆਨ ਨਹੀਂ ਦਿੱਤਾ ਜਾਂਦਾ। ਥੋੜ੍ਹਾ ਜਿਹਾ ਧਿਆਨ ਨਹੀਂ ਦਿੱਤਾ ਜਾਂਦਾ। ਨਹੀਂ ਆਊਗਾ ਇੱਥੇ, ਨਹੀਂ। ਹਾਂਜੀ, ਹੁਣ ਆ ਗਈ ਸਾਡੀ ਵਿਸ਼ਲੇਸ਼ਣ ਵਿਧੀ। ਸੰਸਲੇਸ਼ਣ ਵਿਧੀ ਦੇ ਉਲਟ ਹੈ। ਸੰਸਲੇਸ਼ਣ ਵਿਧੀ ਦੇ ਵਿੱਚ ਆਪਾਂ ਦੋ ਵਿਧੀਆਂ ਪੜ੍ਹੀਆਂ ਬੇਟਾ ਜੀ, ਦੁਬਾਰੇ ਸੁਣ ਲਓ। ਅੱਖਰ ਬੋਧ ਵਿਧੀ, ਵਰਨਮਾਲਾ ਵਿਧੀ ਜਾਂ ਸ਼ਬਦ ਜੋੜ ਵਿਧੀ। ਪਹਿਲਾਂ ਤਾਂ ਨਾਮਾਂ ਦੇ ਧਿਆਨ ਰੱਖਿਓ ਕਿਉਂਕਿ ਪ੍ਰਸ਼ਨ ਪੁੱਛਦਾ ਐਗਜ਼ਾਮੀਨਰ, ਇੱਥੇ ਪ੍ਰਸ਼ਨ ਬਣਦਾ ਉਹਦਾ। ਅੱਖਰ ਬੋਧ ਵਿਧੀ ਦਾ ਦੂਸਰਾ ਨਾਮ ਜਾਂ ਸ਼ਬਦ ਜੋੜ ਵਿਧੀ ਦਾ ਦੂਸਰਾ ਨਾਮ ਕਿਵੇਂ ਵੀ ਕਰ ਸਕਦਾ, ਮਰਜ਼ੀ ਹੈ ਉਹਦੀ। ਇਸ ਚੀਜ਼ ਨੂੰ ਰੱਟ ਕੇ ਰੱਖਿਓ। ਸਵਰ ਵਿਧੀ ਦਾ ਵੀ ਪੁੱਛ ਸਕਦਾ ਵੀ ਸਵਰ ਵਿਧੀ ਦਾ ਦੂਸਰਾ ਨਾਮ ਦੱਸੋ ਜੀ। ਸਵਰ ਵਿਧੀ ਕਿਹੜੀ ਵਿਧੀ ਦੇ ਅੰਤਰਗਤ ਆਉਂਦੀ ਹੈ, ਸੰਸਲੇਸ਼ਣ ਕੇ ਵਿਸ਼ਲੇਸ਼ਣ, ਇਹ ਵੀ ਧਿਆਨ ਰੱਖਿਓ। ਜਾਂ ਦੋਨਾਂ ਦੇ ਅੰਤਰਗਤ ਐਵੇਂ ਕਰ ਦੇਵੇ, ਹੈ ਨਾ। ਹੁਣ ਆ ਗਏ ਜੀ ਸਾਡੇ, ਕਿਉਂਕਿ ਆਪਾਂ ਐਵੇਂ ਕਈ ਵਾਰੀ ਬਹੁਤ ਵਾਰੀ ਪ੍ਰਸ਼ਨ ਗਲਤ ਹੋ ਜਾਂਦਾ ਜਦੋਂ ਕਈ ਵਾਰੀ ਚੌਥਾ ਆਪਸ਼ਨ ਦਿੱਤਾ ਹੁੰਦਾ ਉਪਰੋਕਤ ਸਾਰੇ ਸਹੀ ਹਨ। ਆਪਾਂ ਸਹੀ ਢੰਗ ਨਾਲ ਉਹਨੂੰ ਪੜ੍ਹਦੇ ਨਹੀਂ, ਆਪਾਂ ਸੋਚਦੇ ਹਾਂ ਵੀ ਆਹ ਹੀ ਹੋਣਾ, ਰੀਟ ਵਾਲਾ ਪੇਪਰ ਆ ਸੌਖਾ ਜਿਹਾ, ਉਪਰੋਕਤ ਸਾਰੇ ਸਹੀ ਹਨ ਕਰ ਆਉਂਦੇ ਆ। ਮੁੜ ਕੇ ਘਰੇ ਆਣ ਕੇ ਅੱਖਾਂ ਅੱਡੀਆਂ ਰਹਿ ਜਾਂਦੀਆਂ ਵੀ ਇਹਦਾ ਤਾਂ ਪੁੱਤਰ ਹੀ ਹੋਰ ਸੀ, ਹੈ ਨਾ। ਹਾਂਜੀ ਠੀਕ ਹੈ। ਵਿਧੀ ਦੇ ਦੋਸ਼ ਹੋ ਗਏ, ਧਿਆਨ। ਹੁਣ ਆ ਗਈ ਜੀ ਸਾਡੀ ਵਿਸ਼ਲੇਸ਼ਣ ਵਿਧੀ। ਪਹਿਲਾਂ ਸ਼ਬਦਾਂ ਅਤੇ ਵਾਕਾਂ ਦਾ ਗਿਆਨ ਕਰਾਇਆ ਜਾਂਦਾ ਹੈ, ਫਿਰ ਅੱਖਰਾਂ ਦਾ, ਫਿਰ ਲਾਸਟ ਦੇ ਵਿੱਚ ਧੁਨੀਆਂ ਦਾ। ਠੀਕ ਹੈ ਗੱਲ ਕਲੀਅਰ ਹੋ ਗਈ ਆਪਣੀ, ਬਿਲਕੁਲ ਸਹੀ ਹੈ। ਮਨੋਵਿਗਿਆਨਿਕ ਸਿਧਾਂਤਾਂ ਦੇ ਅਨੁਕੂਲ ਹੈ ਵਿਧੀ ਸਾਡੀ ਵਿਸ਼ਲੇਸ਼ਣ ਵਿਧੀ, ਕਿਉਂਕਿ ਵਿਸ਼ਲੇਸ਼ਣ ਵਿਧੀ ਦੇ ਵਿੱਚ ਸਭ ਤੋਂ ਪਹਿਲਾਂ ਵਾਕ, ਫਿਰ ਸ਼ਬਦ, ਫਿਰ ਅੱਖਰ, ਇਸ ਤਰ੍ਹਾਂ ਕਰਾਇਆ ਜਾਂਦਾ। ਹੁਣ ਇਹ ਹੈ ਜਿਹੜੀ ਇਹੀ ਹੈ ਕਿਉਂਕਿ ਸਾਡੀ ਬੋਲਣ ਦੀ ਇਕਾਈ ਹੈ ਜਿਹੜੀ ਉਹ ਵਾਕ ਹਨ। ਵਾਕਾਂ ਤੋਂ ਕੰਮ ਸ਼ੁਰੂ ਕੀਤਾ ਜਾਂਦਾ ਵਿਸ਼ਲੇਸ਼ਣ ਵਿਧੀ ਦੇ ਵਿੱਚ ਜਾਂ ਸ਼ਬਦਾਂ ਤੋਂ। ਸ਼ਬਦ ਵੀ ਇੰਪੋਰਟੈਂਟ ਹੈ, ਵਾਕ ਵੀ, ਕਿਉਂਕਿ ਸ਼ਬਦਾਂ ਦੇ ਸਮੂਹ ਤੋਂ ਹੀ ਤਾਂ ਵਾਕ ਬਣਦਾ ਹੈ ਨਾ। ਵਾਕ ਸ਼ਬਦ ਸਮੂਹ ਨੂੰ ਹੀ ਆਖਦੇ। ਅੱਛਾ ਹੁਣ ਇੱਕ ਗੱਲ ਧਿਆਨ ਰੱਖਿਓ ਬੇਟਾ ਜੀ, ਅਗਰ ਪ੍ਰਸ਼ਨ ਆ ਜਾਏ ਵੀ ਮਨੋਵਿਗਿਆਨਿਕ ਵਿਧੀ ਕਿਹੜੀ ਹੈ, ਵਿਸ਼ਲੇਸ਼ਣ ਹੈ ਕਿ ਸੰਸਲੇਸ਼ਣ ਹੈ, ਜਾਂ ਦੋਨੋਂ ਹੀ ਹਨ ਜਾਂ ਦੋਨਾਂ ਵਿੱਚੋਂ ਕੋਈ ਨਹੀਂ। ਅਗਰ ਪ੍ਰਸ਼ਨ ਬਣਾਉਣਾ ਹੋਵੇ ਤਾਂ ਧਿਆਨ ਰੱਖਿਓ ਜਿਹੜੀ ਸਾਡੀ ਵਿਸ਼ਲੇਸ਼ਣ ਵਿਧੀ ਹੈ ਉਹ ਮਨੋਵਿਗਿਆਨਿਕ ਵਿਧੀ ਹੈ। ਕਿਉਂਕਿ ਬੋਲਣ ਦੀ ਇਕਾਈ ਹੈ ਜਿਹੜੀ ਉਹ ਵਾਕ ਹਨ, ਸ਼ਬਦਾਂ ਦਾ ਇੱਕ ਸਮੂਹ ਹੈ। ਇਸ ਕਰਕੇ ਵਾਕ ਅਤੇ ਸ਼ਬਦ ਨੂੰ ਪਹਿਲਾਂ ਸਿਖਾਇਆ ਜਾਣਾ ਚਾਹੀਦਾ। ਬਿਲਕੁਲ ਸਹੀ ਹੈ। ਦੇਖੋ ਜੀ ਅੱਗੇ ਸ਼ਬਦ ਵਿਧੀ ਜਾਂ ਦੇਖੋ ਤੇ ਕਹੋ ਵਿਧੀ। ਸ਼ਬਦ ਵਿਧੀ ਦਾ ਵੀ ਦੂਸਰਾ ਨਾਮ ਹੈਗਾ ਬੇਟਾ ਜੀ, ਜਿਹਦਾ ਨਾਮ ਹੈ ਦੇਖੋ ਤੇ ਕਹੋ ਵਿਧੀ। ਸ਼ਬਦ ਵਿਧੀ ਜਾਂ ਦੇਖੋ ਤੇ ਕਹੋ ਵਿਧੀ, ਇਸ ਵਿੱਚ ਸਾਰਥਕ ਸ਼ਬਦਾਂ ਦੁਆਰਾ ਵਰਣਬੋਧ ਕਰਾ ਦਿੱਤਾ ਜਾਂਦਾ ਹੈ। ਸਭ ਤੋਂ ਪਹਿਲਾਂ ਸਾਰਥਕ ਸ਼ਬਦ ਚੱਕ ਲਏ ਜਾਂਦੇ ਹਨ, ਉਹਨਾਂ ਤੋਂ ਬੱਚੇ ਨੂੰ ਵਰਨਾਂ ਦਾ ਬੋਧ ਕਰਾਤਾ। ਸ਼ਬਦਾਂ ਤੋਂ ਵਰਨ ਸ਼ਬਦਾਂ ਨਾਲ ਸੰਬੰਧਿਤ ਵਸਤੂ ਦਿਖਾਈ ਜਾਂਦੀ ਹੈ। ਬਿਲਕੁਲ ਸਹੀ ਹੈ, ਗੱਲ ਜਾਇਜ਼ ਹੈ ਨਾ। ਹਾਂ ਅੱਗੇ ਚਿੱਤਰ ਦਿਖਾ ਕੇ ਸ਼ਬਦ ਬੋਲਦਾ ਹੈ, ਬੱਚੇ ਅਨੁਕਰਨ ਕਰਦੇ ਹਨ। ਤਸਵੀਰਾਂ ਜਾਂ ਚਿੱਤਰਾਂ ਰਾਹੀਂ ਪਛਾਣ ਕਰਾਈ ਜਾਂਦੀ ਹੈ। ਚਿੱਤਰ ਜਾਂ ਤਸਵੀਰ ਦੇ ਹੇਠ ਵਸਤੂ ਦਾ ਨਾਮ ਲਿਖ ਕੇ ਚਿੱਤਰ ਅਤੇ ਸ਼ਬਦ ਵਿੱਚ ਇੱਕ ਸੰਬੰਧ ਸਥਾਪਿਤ ਕੀਤਾ ਜਾਂਦਾ ਹੈ। ਇਹ ਗੱਲ ਹੋ ਗਈ ਕਲੀਅਰ। ਸ਼ਬਦ ਵਿਧੀ ਜਾਂ ਦੇਖੋ ਤੇ ਕਹੋ ਵਿਧੀ ਇਸ ਨੂੰ ਕਿਹਾ ਜਾਂਦਾ ਵੀ ਚਿੱਤਰ ਦੇ ਵਿੱਚ ਦੇਖੋ ਤੇ ਕਹੋ ਵੀ ਇਸ ਚਿੱਤਰ ਦੇ ਵਿੱਚ ਇਹਦੇ ਵਿੱਚ ਜਿਹੜੀ ਤੁਹਾਨੂੰ ਤਸਵੀਰ ਦਿਖ ਰਹੀ ਹੈ ਇਹਦੇ ਵਿੱਚ ਕਿਸ ਦੀ ਤਸਵੀਰ ਹੈ ਨਾ। ਵੀ ਇਹ ਹੈ ਜਿਹੜਾ ਇਹਨੂੰ ਸ਼ਬਦ ਵਿਧੀ ਜਾਂ ਦੇਖੋ ਤੇ ਕਹੋ ਵਿਧੀ ਹੈ। ਧਿਆਨ ਰੱਖਿਓ ਵੀ ਇਹਦੇ ਵਿੱਚ ਚਿੱਤਰਾਂ ਦਾ ਵੀ ਆਉਂਦਾ ਹੈ।
चित्रां दे नाल संबंधित है। बच्चे अनुकरण करके तस्वीरां जां उस तो बाद की हुंदा है, चित्रां दे नाल उस दा नाम भी दिता हुंदा है वस्तु दा। उन्हां दोनां दे विच संबंध शब्द अते चित्र विच संबंध स्थापित किया जाता है। उस तो बाद अगली शब्द विधि दे विच अगली की चीज़ वरती जाती है, अगली प्रक्रिया पढ़ाए गए शब्दों विच प्रस्थापन विधि नाल अखरां दा स्थान बदल दिता जाता है। इत्थे शब्द विधि या देखो तो कहो विधि दे विच एक विधि अपनाई जाती है, प्रस्थापन विधि। प्रस्थापन का मतलब होंदा स्थान बदलना। प्रस्थापन विधि पढ़ाई जाती है। उहदे विच की है, जिवें कमल दा कलम बनाता, कमल दा कलम, इहनूं कहा जांदा प्रस्थापन विधि। ये है जिहड़ी शब्द विधि या देखो तो कहो विधि बनाई जाती है। अगे आगे जी विधि के गुण, ठीक है, मनोविग्यानिक है। सार्थक शब्द बोध तो अखर बोध के नाल वधदी है, अखर बोध तक जाती है। बाल केंद्रित है। बाल केंद्रित क्यों है? क्योंकि चित्र देखना बच्चे नूं इंटरस्टिंग लगता है, इस करके बाल केंद्रित विधि है। चित्रां दे कारण शब्द ते अर्थ का सीधा संबंध स्थापित हो जाता है, बिल्कुल, क्योंकि शब्द थले लिखिया होया तो बच्चे नूं तस्वीर दिखाई जाती है, फिर उसका सीधा संबंध स्थापित हो गया। खेड विधि के नाल मिलती जुलती है, जिहड़ी कार्लवेल कुक वाली है ना खेड विधि, उसकी भी आप जिक्र करांगे, और मैं तुहानूं दसूँगा भी खेड विधि है जिहड़ी किवें है। कार्लवेल कुक वाली खेड विधि के नाल मिलती जुलती है। खेड ही है एक तरह की, भी चित्र बच्चे नूं दिखाउणे ते हाँ भी बेटा दसो भी इहदा नाम की है, जां थल्ले पढ़ के दस नाम की है, चित्र के थल्ले नाम लिखिया हुंदा है। ये एक तरह की खेड ही है। अखरां दा स्थान बदल के नवे शब्द सिखाने, यह भी खेड विधि दे विच आउंदा है भी अखरां दा स्थान बदलना एक तरह की खेड है ना। हाँ, दृष्टि विराम की पहली सिखलाई प्रदान करती है। दृष्टि विराम की गल मैं तुहानूं दस्सिया सीगा ना, पढ़न कौशल दे विच अपना दृष्टि विराम की गल कीती सी आपां, ਉਹਦੇ ਵਿੱਚ रखियो ध्यान। ये ਜਿਹੜੀ पहली सिखलाई प्रदान करती है। हुण देख लो भी दोष की है, हर शब्द नूं चित्रां दे द्वारा नहीं दिखाया जा सकता। ये पहला दोष है, ਇਹਦਾ मुख दोष ये है। मान लो मन की भावना, मन की कोई फीलिंग है, प्रसन्नता है, कोई मान लो अपने अंदर कोई हैगा किसी प्रति दुख है, कोई गुस्सा आ रहा है, कोई आप शांत मन के नाल बैठे हैं, इन्हां चीज़ों नूं मन की मानसिकता नूं आपां चित्र दे राहीं किवें दर्शा सकते हैं? अगर दर्शावांगे तो वो लहजा होर होगा, उन्होंने आम विद्यार्थी समझ नहीं सकूगा, वो दायरे तो बाहर हो जाऊगा। वो चीज़ है जी वो विद्यार्थी दे मतलब की है भी लेवल की नहीं रहूगी। अगे देखो, भावां ते क्रिया संबंधी शब्द चित्र नहीं बनाए जा सकते। लगा मात्रा का संपूर्ण ज्ञान ना होने कारण शब्द जोड़ां दीआं अशुद्धियां इस विधि दे विच रह जांदियां, क्योंकि लगा मात्रा का इस विच बच्चे नूं कोई ज्ञान नहीं दिता जाता। लगा मात्रा का ज्ञान नहीं तो शब्द जोड़ां दीआं अशुद्धियां जिहड़ियां ओह आउणगीआं ही आउणगीआं। अगे देखो, तस्वीर आसरे पढ़न के आदी हो जाते हैं, रट्टा शक्ति नूं उत्साह मिलता, फिर वो बच्चा की करता, बच्चा तस्वीर ते डिपेंड हो जाता भी तस्वीर दिखाओ तो मैं पढ़ूंगा, नहीं तो नहीं पढ़ता। हुण फोटो कित्थों दिखाईए बच्चे नूं? हुण आ गई जी वाक विधि। शब्द विधि का नवीन परिवर्तित रूप है। साडे मनोविग्यानिक, साडे भाषा विग्यानिकां ने जदों वेख्या भी शब्द विधि जां देखो तो कहो विधि दे विच दोष आ, उन्हां दोषां नूं दूर करने वास्ते उन्होंने एक विधि की वरतों की, वाक विधि। हाँ जी, पढ़ना सिखाउण लई वाकां दी वरतों, भाषा की इकाई वाक हन, जां बोलण की इकाई वाक हन, भाषा की इकाई वाक हन। बच्चे की नज़र सब तो पहला पूरे वाक ते, फिर शब्दों ते, फिर अखरां ते जाती है। पढ़न वेले आपां आम करके पढ़ते हैं, जो पहला पूरा वाक देख लेने होंगे भी ये वाक किन्नी क लंबाई च जां किन्ना क की कुछ है ये, उस तो बाद शब्द, फिर अखर। एक किस्म के वाक लिख के बच्चे नूं एक शब्द नूं भिन्न किया जाता है। जिवें भिन्न कीते एक शब्द दा विच मतलब होर बन, जिवें देखो किवें आ शब्द उदाहरण दिता, बच्चा अंब खांदा है, चाचा अंब खांदा है, बांदर अंब खांदा है। हुण इहदे विच की है, अंब खांदा है, ये शब्द समूहता वारी वारी रिपीट हो रहा, पर अगे की होया, बच्चा की थां ते चाचा शब्द वरत लिया, फिर अगे की कीता, उस जगह ते बांदर शब्द वरत लिया। इनू की किया जाता है, इसनू एक शब्द नू भिन्न किया जाता है। अगे देखो विधि के गुण की है। मनोविग्यानिक सूत्र है जिहड़ा ज्ञात तो अज्ञात ते सरल तो जटिल इस विधि ते आधारित है। विधि वाक विधि है जिहड़ी, किहड़े मनोविग्यानिक सूत्र ज्ञात तो अज्ञात अते सरल तो जटिल। हुण अपनी जिहड़ी विधि है, विधियां जिहड़ियां मैं तुहानूं पढ़ाईआं, भाषा सिक्ख्या सूत्र पढ़ाए आ जिहड़े, वो आ जिहड़े ओह तुसीं देख लिओ। मनोविग्यानिक दृष्टिकोण तो बच्चे के विचारों की इकाई वाक है, वाकों का विश्लेषण किया जाता। गल क्लीयर है, वारी वारी गल रिपीट हो रही है। अगे देखो, दृष्टि विराम नूं शब्द विधि के मुकाबले ज़्यादा सिखलाई मिलती है। शब्द विधि के नाल इहदे नालों थोड़ा जिहा फर्क की कीता, दृष्टि विराम नूं मतलब ज़्यादा सिखलाई हुंदी है बच्चे के दृष्टि विराम नूं। दृष्टि विराम जानने वास्ते अपनी पिछली वीडियो देख लियो, ध्यान रखियो। हाँ जी,
विधि दे दोष की है, वाकां नूं चित्तरां राहीं पेश करना बहुत औखा है, क्योंकि इहदे विच भी उही तरीका है शब्द विधि वाला ही। उहदे विच की है भी एक मान लो चित्र दिखाया, थल्ले उहदा एक शब्द लिखता, शब्द ते चित्र दे विच संबंध स्थापित करता। इहदे विच की है भी शब्द नहीं लिख के एक पूरा वाक लिखिया जाता है। हुण वाक नूं चित्तरां राहीं पेश करना औखा है, कई बार बच्चे दे अनुभव खेत्र तो बाहर हो जाते हैं वाक, बिल्कुल सही है। इस विधि नाल रट्टा शक्ति नूं उत्साह मिलता। चलो ठीक है जी, हुण आ गई कहानी विधि। कहानी विधि है जिहड़ी ये बड़ी इंपोर्टेंट है बेटा जी। आ जाओ गल करिए। वाक विधि का सुधरिया होया रूप कहानी विधि, शब्द विधि का सुधरिया शब्द विधि जां देखो तो कहो विधि का सुधरिया होया रूप वाक विधि, वाक विधि का सुधरिया होया रूप कहानी विधि। क्योंकि कहानी है जिहड़ी ओह वाकां दा समूह हुंदा एक। लो जी हुण गल करदे आ कहानी विधि की। अनेकां वाक कहानी के रूप में संगठित होंदे हन। ध्यान रखियो, एक घटना का प्रतीक होंदा है। हर वाक दे विच हर एक वाक एक घटना नूं निर्धारित करता है। अगे देखो, अध्यापक कहानी का वर्णन करके हर घटना नाल एक वाक बोलता है, चित्र दिखाता है। बच्चे नूं इसका अभ्यास कराया जाता है। चित्र है जिहड़ा ये आपां जिहड़ियां तिन्ने विधियां पढ़ियां उन्हां दे विच चित्र की वरतों हो रही है। ध्यान रखिया करो बरीकियां नूं, इसनूं बरीकी है अपनी एक। होर देखो भी तिन्हां दे विच चित्रां की वरतों हो रही है, कहानी विधि दे विच भी हो रही है। अगे देखो, बच्चे नूं वाकां दा अभ्यास कराया जाता है। इस विधि का सब तो वड्डा दोष ये है भी जिथे कोई नवा शब्द आऊगा बच्चा उत्थे रुक जूगा, क्योंकि वाक है जिहड़े वो हैगा शब्द समूह, तो उहदे विच हो ये जरूरी नहीं गा भी बच्चे दे पुराने पढ़े हुए शब्द ही होण, नवा शब्द भी हो सकता। उत्थे बस बच्चा रुक जूगा, स्टॉप हो जूगा। कहानियाँ बच्चे के मानसिक पद्धर के अनुकूल होणगियां तां कहानी विधि वधिया रहूगी। ठीक है जी, गल क्लीयर होगी। विश्लेषण विधि की गल कर रहे हैं। हुण अपनी आ गई कविता विधि। ये हैगी है जी कहानी विधि का बदलिया होया रूप। जिथे कहानी पढ़ाई जाती है वाक रूप में, उत्थे की आ हुण कविता पढ़ाई जाएगी। कावात्मक कहानी लई जाती है, काव के रूप में कविता रूप के कहानी लई जाती है। उस तो बाद बच्चे इकट्ठे होकर कविता गाउंदे हैं। बच्चों की कविता में वधेरे दिलचस्पी होने करके इसनूं कविता विधि कहा जाता है। उस तो बाद आ गई जी साडी वाकंशक विधि। वाक नूं अंशां विच वड्ड के पढ़ना सिखाउणा, इहनूं कहा जाता है वाक अंशक विधि। वाक प्लस अंश, वाकंश जिन्हों आपां कह दिंदे आ, उहदे नाल एक होर कह जोड़ता वाकंशक विधि। वाकंश बारे आप पढ़ांगे, जो आप वाक बोध पढ़ांगे उदों वाकंश है जिहड़ा वो अपने सामने आऊगा, जो शब्द समूह हुंदा है पर वाक नहीं हुंदा। जो शब्द समूह है जिहड़े वो मतलब कि शब्द समूह है जिहड़ा उसनूं वाकंश कहा जाता है। वाक का अंश वाक का हिस्सा हुंदा है जो वाक के निर्माण में सहायता करता है, उन्होंने कहा जाता वाकंश। कुछ होर विधियां, अनुकरण विधि। ये शब्द विधि देखो तो कहो विधि का रूप है। देखो अध्यापक शब्दों का उच्चारण करता है, बच्चे अनुकरण करते हैं। ये ज़्यादातर विधि है जिहड़ी अंग्रेजी भाषा के विच वरतों करती जाती है। अनुकरण विधि शब्द विधि का रूप है, एक तरह का शब्द विधि वर्गी है। समूहिक पाठ विधि, अध्यापक छोटे छोटे पैरे या बाल गीतों के आदर्श पाठ प्रस्तुत करता है। आदर्श पाठ की गल अपनी क्लीयर हो गई सी भी आदर्श पाठ कौन करता है, अध्यापक करता है। श्रेणी समूहिक रूप में अनुकरण करती है। सो ये आदर्श विधि भी तो अनुकरण विधि भी है समूहिक पाठ विधि के। हुण आ गया जी साडा भाषा सिक्ख्या यंत्र विधि। हाँ जी, अनुकरण विधि के वांगू वरती जाती है। अध्यापक की थां ते ग्रामोफोन रिकार्डर जां कोई जिहड़ियां मतलब जिहड़ियां टैक्नोलॉजी ते आधारित चीज़ां टेप रिकार्डर वरते जाते हैं। ये जिहड़ी हैगी है साडी अनुकरण विधि के वर्गी है। अनुकरण विधि ते भाषा सिक्ख्या यंत्र विधि दोनों मिलदियां हन। किवें? अनुकरण विधि दे विच आदर्श कौन है, अध्यापक है, पर भाषा सिक्ख्या यंत्र के विधि दे विच अध्यापक नहीं है। की है उहदी थां ते ग्रामोफोन रिकार्ड जां टेप रिकार्डर हुंदा है। उच्चारण में शुद्धता ते एक रूपता होंदी है। दोनों के ध्यान रखियो, ग्रामोफोन जां टेप रिकार्ड हुंदा है। हुण देखो जी, हुण तुसीं पुछो भी सर जी इन्हां दे विचों सब तो इंपोर्टेंट विधि की होगी, तो मेरा बई यह जवाब है भी इन्हां दे विचों कोई भी विधि है जिहड़ी सब तो ज़्यादा महत्व नहीं रखती, पर कोई भी विधि घट नहीं गी किसी नालों। हुण देखो किवें अखर बोध विधि की मुढ़ली सिक्ख्या विच शब्द विधि का देखो तो कहो विधि सॉरी एक बारी नोट वाली गल देखो, विधियां विचों कोई विधि पूर्ण नहीं है, इसलिए संयुक्त विधि का निर्माण किया गया है। हुण तुसीं आखोगे सर जी दसो सानू संयुक्त विधि के बारे, तो लो बेटा जी संयुक्त विधि की गल आ गई अपनी।
ਅੱਖਰ ਬੋਧ ਵਿਧੀ ਦੀ ਮੁੱਢਲੀ ਸਿੱਖਿਆ ਸ਼ਬਦ ਵਿਧੀ ਜਾਂ ਦੇਖੋ ਦੀ ਵਿਧੀ ਦੀ ਵਰਤੋਂ ਕੀਤੀ ਜਾਵੇ। ਸਭ ਤੋਂ ਪਹਿਲਾਂ ਆਪਾਂ ਮੰਨ ਲਓ ਬੱਚੇ ਨੂੰ ਅੱਖਰਾਂ ਦਾ ਬੋਧ ਕਰਾਉਣਾ, ਅੱਖਰਾਂ ਦਾ ਗਿਆਨ ਕਰਾਉਣਾ ਸਿਖਾਉਣਾ। ਉਹਦੇ ਵਾਸਤੇ ਆਪਾਂ ਕਿਹੜੀ ਵਿਧੀ ਦੀ ਵਰਤੋਂ ਕਰਾਂਗੇ? ਸ਼ਬਦ ਵਿਧੀ ਜਾਂ ਦੇਖੋ ਤੇ ਕਹੋ ਵਿਧੀ। ਉਸ ਤੋਂ ਬਾਅਦ ਅੱਖਰਾਂ ਨੂੰ ਵਿਸ਼ਲੇਸ਼ਣ ਵਿਧੀ ਰਾਹੀਂ ਵਰਨਾਂ ਦਾ ਰੂਪ ਦਿੱਤਾ ਜਾਵੇ, ਵਰਨਾਂ ਨੂੰ ਮਿਲਾ ਕੇ ਸ਼ਬਦ ਬਣਾਏ ਜਾਣ, ਵਿਸ਼ਲੇਸ਼ਣ ਤੋਂ ਸੰਸ਼ਲੇਸ਼ਣ ਵੱਲ ਵਧਿਆ ਜਾਵੇ, ਵਿਸ਼ਲੇਸ਼ਣ ਤੋਂ ਸੰਸ਼ਲੇਸ਼ਣ ਵੱਲ ਵਧਿਆ ਜਾਵੇ। ਸਾਰੇ ਵਰਨਾਂ ਅਤੇ ਮਾਤਰਾ ਨੂੰ ਸ਼ੁਰੂ ਵਿੱਚ ਨਹੀਂ ਸਿਖਾਉਣਾ ਚਾਹੀਦਾ, ਕੇਵਲ ਸਾਰਥਿਕ ਸ਼ਬਦਾਂ ਨਾਲ ਸੰਬੰਧਿਤ ਮਾਤਰਾਵਾਂ ਦੀ ਸਿੱਖਿਆ, ਸਾਰੀ ਨੂੰ ਨਹੀਂ। ਇਸ ਲਈ ਖੇਡ ਵਿਧੀ ਅਤੇ ਨਾਟਕੀ ਵਿਧੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਖੇਡ ਵਿਧੀ ਦੀ ਜ਼ਿਆਦਾਤਰ ਵਰਤੋਂ ਕੀਤੀ ਜਾ ਸਕਦੀ ਹੈ। ਵੱਖ-ਵੱਖ ਸ਼ਬਦਾਂ ਦੀ ਪਛਾਣ ਅਤੇ ਉਚਾਰਨ ਕਰਨ ਲਈ ਆਪਾਂ ਧੁਨੀ ਵਿਧੀ ਦੀ ਵਰਤੋਂ ਕਰ ਸਕਦੇ ਹਾਂ। ਇਹ ਸੰਯੁਕਤ ਵਿਧੀ ਦੀਆਂ ਸਾਰੀਆਂ ਗੱਲਾਂ ਬਹੁਤ ਇੰਪੋਰਟੈਂਟ ਹੈ, ਧਿਆਨ ਦੇ ਵਿੱਚ ਰੱਖਿਓ, ਮਾਇੰਡ ਦੇ ਵਿੱਚ ਪੂਰੀ ਟਿਕਾ ਲਿਓ ਬੇਟਾ ਜੀ ਇਹਨੂੰ। ਅਤੇ ਇਹ ਹੈ ਜਿਹੜਾ ਸਾਡਾ, ਇਹ ਸੀਗਾ ਸਾਡਾ ਪੜ੍ਹਨ ਕੌਸ਼ਲ ਦੀ ਸਿੱਖਿਆ। ਪੜ੍ਹਨ ਕੌਸ਼ਲ ਦੀ ਸਿੱਖਿਆ ਦੀ ਆਪਣੀ ਹੋ ਗਈ ਖਤਮ। ਆਪਾਂ ਅਗਲੀ ਜਮਾਤ ਦੇ ਵਿੱਚ ਕਿਹਦੀ ਗੱਲ ਕਰਾਂਗੇ? ਸਾਡੀ ਲਿਖਣ ਕੌਸ਼ਲ ਦੀ ਸਿੱਖਿਆ, ਜਿਹੜਾ ਭਾਸ਼ਾ ਦਾ ਲਿਪੀਬੱਧ ਰੂਪ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਲਿਖਣ ਕੌਸ਼ਲ ਦੀ ਗੱਲ। ਤੇ ਸਾਡਾ ਜਿਹੜਾ ਆਖਰੀ ਕੌਸ਼ਲ ਹੈ ਉਹਦੀ ਆਪਾਂ ਗੱਲ ਅਗਲੀ ਜਮਾਤ ਦੇ ਵਿੱਚ ਕਰਾਂਗੇ ਜੀ। ਜਲਦੀ ਮਿਲਦੇ ਹਾਂ। ਸਤਿ ਸ੍ਰੀ ਅਕਾਲ।